ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਿਲੀ ਚੇਤਾਵਨੀ, ਫੋਨ ਤੇ ਹੋ ਰਿਹਾ ਧੋਖਾ। ਹੁਣ ਫਿਰ ਪਾਉਣੇ ਪੈਣਗੇ ਮਾਸਕ। ਓਨਟਾਰੀਓ ਸੂਬੇ ਨੇ ਕੀਤਾ ਐਲਾਨ। 2 ਸੂਬਿਆਂ ਨੇ ਦਿੱਤੀ ਇਮੀਗ੍ਰੇਸ਼ਨ ਦੀ ਜਾਣਕਾਰੀ। ਮਿਲੇ ਕਈਆਂ ਨੂੰ ਪੀਆਰ ਦੇ ਸੱਦੇ। ਬ੍ਰਿਟਿਸ਼ ਕੋਲੰਬੀਆ ਲਿਬਰਲ ਪਾਰਟੀ ਕਰੇਗੀ ਨਾਮ ਵਿੱਚ ਬਦਲਾਵ। ਨਾਮ ਬਦਲਣ ਵਾਸਤੇ VOTING ਸ਼ੁਰੂ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੇਤਾਵਨੀ ਮਿਲੀ ਹੈ। ਇਹ ਚੇਤਾਵਨੀ ਧੋਖੇ ਨਾਲ ਜੁੜੀ ਹੋਈ ਹੈ। ਕਈ ਵਿਦਿਆਰਥੀ ਇੱਕ ਫੋਨ ਸਕੈਮ ਦਾ ਸ਼ਿਕਾਰ ਹੋ ਗਏ ਤੇ ਉਹਨਾਂ ਵਿਦਿਆਰਥੀਆਂ ਵੱਲੋਂ ਬਾਕੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਦੇ ਨਾਲ ਕਿਤੇ ਧੋਖਾ ਨਾ ਹੋ ਜਾਵੇ। ਹੁਣ ਕਿਹੜੇ ਧੋਖੇ ਦੀ ਗੱਲ ਕੀਤੀ ਜਾ ਰਹੀ ਹੈ, ਕਿੰਨੇ ਵਿਦਿਆਰਥੀ ਇਸ ਦਾ ਸ਼ਿਕਾਰ ਹੋਏ, ਸਾਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੇਵਾਂਗੇ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਧੋਖੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਮਾਮਲਾ ਐਡਮਿੰਟਨ ਨਾਲ ਜੁੜਿਆ ਹੋਇਆ ਹੈ, ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਫੋਨ ਦੇ ਰਾਹੀਂ ਧੋਖਾ ਕੀਤਾ ਜਾ ਰਿਹਾ ਹੈ। ਹੁਣ ਤੱਕ ਕਈ ਅਜਿਹੇ ਵਿਦਿਆਰਥੀ ਨੇ ਜਿਹੜੇ ਕਿ ਇਸ ਧੋਖੇ ਦਾ ਸ਼ਿਕਾਰ ਹੋ ਗਏ ਤੇ ਉਹਨਾਂ ਵੱਲੋਂ $11,000 ਗਵਾ ਦਿੱਤੇ ਗਏ ਨੇ। ਇਸ ਸਭ ਬਾਰੇ ਕੌਨਕੋਰਡੀਆ ਯੂਨੀਵਰਸਿਟੀ ਆਫ ਐਡਮਿੰਟਨ ਦੇ ਵਿਦਿਆਰਥੀਆਂ ਵੱਲੋਂ ਜਾਣਕਾਰੀ ਦਿੱਤੀ ਗਈ, ਜਿੱਥੇ ਦੱਸਿਆ ਗਿਆ ਕਿ ਹੁਣ ਤੱਕ ਕਈ ਵਿਦਿਆਰਥੀ ਧੋਖੇ ਦਾ ਸ਼ਿਕਾਰ ਹੋਏ ਤੇ ਉਹਨਾਂ ਨਾਲ $11,000 ਦੀ ਠੱਗੀ ਮਾਰੀ ਗਈ ਹੈ। ਇਸ ਤਰ੍ਹਾਂ ਦੇ ਕਈ ਵਿਦਿਆਰਥੀ ਵੀ ਅੱਗੇ ਆਏ ਜਿਹੜੇ ਕਿ ਧੋਖੇ ਦਾ ਸ਼ਿਕਾਰ ਹੋਏ ਤੇ ਉਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਤੇ ਨਾਲ ਹੀ ਬਾਕੀ ਜਿਹੜੇ ਉਹਨਾਂ ਦੇ ਸਾਥੀ ਵਿਦਿਆਰਥੀ ਨੇ ਉਹਨਾਂ ਨੂੰ ਸਲਾਹ ਦਿੱਤੀ ਗਈ ਹੈ। ਅੰਤਰਰਾਸ਼ਟਰੀ ਵਿਦਿਆਰਥੀ ਜੋ ਕਿ ਧੋਖੇ ਦਾ ਸ਼ਿਕਾਰ ਹੋਏ ਉਹਨਾਂ ਵੱਲੋਂ ਦੱਸਿਆ ਗਿਆ ਕਿ ਫੋਨ ਦੇ ਰਾਹੀਂ ਸਕੈਮਰ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਉਹ 2 ਕੈਸ਼ ਵਿਡਰਾਲਸ ਕਰਨ। ਇਹ ਉਹਨਾਂ ਵੱਲੋਂ ਬੈਂਕ ਅਕਾਊਂਟ ਵਿੱਚੋਂ ਕਰਨ ਦੇ ਲਈ ਕਿਹਾ ਗਿਆ ਤੇ ਨਾਲ ਹੀ ਪੈਸੇ ਡਿਪੋਜ਼ਿਟ ਕਰਨ ਦੀ ਵੀ ਗੱਲ ਆਖੀ ਗਈ। ਇਸ ਤੋਂ ਬਾਅਦ ਜੋ ਕਾਲ ਦੇ ਉੱਪਰ ਸਕੈਮਰ ਸੀ ਉਹ ਵਿਦਿਆਰਥੀਆਂ ਨੂੰ ਕਹਿੰਦੇ ਨੇ ਕਿ ਉਹ ਕਿਸੇ ਹੋਰ ਦੇ ਨਾਲ ਟ੍ਰਾਂਜੈਕਸ਼ਨ ਦੇ ਬਾਰੇ ਗੱਲ ਨਾ ਕਰਨ ਤੇ ਉਹਨਾਂ ਦੀ ਸਾਰੀ ਜਾਣਕਾਰੀ ਸੁਰੱਖਿਅਤ ਰਹੇਗੀ। ਫਿਰ ਜਦੋਂ ਉਹਨਾਂ ਵੱਲੋਂ ਬੈਂਕ ਦੇ ਵਿੱਚ ਡਿਪੋਜ਼ਿਟ ਕੀਤਾ ਗਿਆ ਤਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਹ ਗੱਲ ਕਹੀ ਗਈ ਕਿ ਸਭ ਕੁਝ ਠੀਕ ਹੈ ਤੇ ਉਹਨਾਂ ਨੂੰ ਉਹਨਾਂ ਦੇ ਪੈਸੇ ਵਾਪਸ ਮਿਲ ਜਾਣਗੇ। ਪਰ ਉਸ ਸਮੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਹੀਂ ਪਤਾ ਸੀ ਕਿ ਉਹ ਇੱਕ ਧੋਖੇ ਦਾ ਸ਼ਿਕਾਰ ਹੋ ਰਹੇ ਨੇ। ਹੁਣ ਜੋ ਇਹਨਾਂ ਕੁਝ ਵਿਦਿਆਰਥੀਆਂ ਦੇ ਨਾਲ ਹੋਇਆ ਉਸ ਤੋਂ ਬਾਅਦ ਉਹ ਬਾਕੀ ਵਿਦਿਆਰਥੀਆਂ ਨੂੰ ਚੇਤਾਵਨੀ ਦੇ ਰਹੇ ਨੇ ਤੇ ਉਹਨਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਫੋਨ ਸਕੈਮ ਤੋਂ ਆਪਣਾ ਬਚਾਅ ਰੱਖਣ। ਉਡਾਨਾਂ ਦੇ ਬਾਰੇ ਕੈਨੇਡਾ ਤੋਂ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਤੇ ਕੈਨੇਡਾ ਦਰਮਿਆਨ ਹੁਣ ਅਨਲਿਮਿਟਿਡ ਫਲਾਈਟਸ ਚਲਾਈਆਂ ਜਾਣਗੀਆਂ, ਜਿਸ ਬਾਰੇ ਟਰਾਂਸਪੋਰਟ ਮੰਤਰੀ ਵੱਲੋਂ ਐਲਾਨ ਕੀਤਾ ਗਿਆ। ਇਸ ਬਾਰੇ ਕੀ ਹੈ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਭਾਰਤੀ ਮੂਲ ਦੇ ਕੈਨੇਡਾ ਵਿੱਚ ਵਸਦੇ ਲੱਖਾਂ ਲੋਕਾਂ ਅਤੇ ਉਹਨਾਂ ਦੇ ਸੰਬੰਧੀਆਂ ਲਈ ਇੱਕ ਵੱਡੀ ਰਾਹਤ ਦੇਣ ਵਾਲੀ ਖੁਸ਼ਨੁਮਾ ਖਬਰ ਦਾ ਇਜ਼ਹਾਰ ਹੋਇਆ ਹੈ, ਜਦੋਂ ਅੱਜ ਇੱਕ ਨਵੇਂ ਸਮਝੌਤੇ ਤਹਿਤ ਦੋਨਾਂ ਦੇਸ਼ਾਂ ਵਿਚਾਲੇ ਅਨਲਿਮਿਟਿਡ ਨੰਬਰ ਆਫ ਫਲਾਈਟਸ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਗੱਲ ਦੀ ਘੋਸ਼ਣਾ ਕੈਨੇਡੀਅਨ ਟਰਾਂਸਪੋਰਟ ਮਿਨਿਸਟਰ ਉਮਰ ਅਲਕਾਬਰਾ ਨੇ ਕਰਦਿਆਂ ਕਿਹਾ ਹੈ ਕਿ ਹੁਣ ਇਸ ਨਵੇਂ ਸਾਈਨ ਕੀਤੇ ਸਮਝੌਤੇ ਤਹਿਤ ਸਾਰੀਆਂ ਡੈਜ਼ਿਗਨੇਟਡ 에ਅਰਲਾਈਨਸ ਨੂੰ ਛੂਟ ਮਿਲ ਜਾਵੇਗੀ ਕਿ ਉਹ ਕੈਨੇਡਾ ਅਤੇ ਇੰਡੀਆ ਵਿਚਾਲੇ ਜਿੰਨੀਆਂ ਚਾਹੁਣ ਉਨੀਆਂ ਫਲਾਈਟਾਂ ਚਲਾ ਸਕਦੀਆਂ ਨੇ। ਯਾਦ ਰਹੇ ਕਿ ਦੋਨਾਂ ਦੇਸ਼ਾਂ ਵਿਚਾਲੇ ਪੁਰਾਣੇ ਸਮਝੌਤੇ ਤਹਿਤ ਇੱਕ ਡੈਜ਼ਿਗਨੇਟਡ 에ਅਰਲਾਈਨ ਕੈਨੇਡਾ ਅਤੇ ਇੰਡੀਆ ਵਿਚਾਲੇ ਇੱਕ ਹਫ਼ਤੇ ਵਿੱਚ ਕੇਵਲ 35 ਫਲਾਈਟਾਂ ਹੀ ਉਡਾ ਸਕਦੀ ਸੀ। ਹੁਣ ਨਵੇਂ ਸਮਝੌਤੇ ਤਹਿਤ ਇੱਕ 에ਅਰਲਾਈਨ ਦੋਨਾਂ ਦੇਸ਼ਾਂ ਵਿਚਾਲੇ ਜਿੰਨੀਆਂ ਮਰਜ਼ੀ ਚਾਹੇ ਉਨੀਆਂ ਫਲਾਈਟਾਂ ਪਰ ਵੀਕ ਉਡਾ ਸਕੇਗੀ। ਮਿਨਿਸਟਰ ਉਮਰ ਅਲਕਾਬਰਾ ਨੇ ਇਸ ਗੱਲ ਦੀ ਘੋਸ਼ਣਾ ਕਰਦੇ ਹੋਏ ਸੰਤੁਸ਼ਟੀ ਜ਼ਾਹਰ ਕੀਤੀ ਕਿ ਇਸ ਨਵੇਂ ਸਮਝੌਤੇ ਤਹਿਤ ਦੋਨਾਂ ਦੇਸ਼ਾਂ ਵਿਚਾਲੇ ਫਲਾਈਟਾਂ ਵਧਣਗੀਆਂ, ਜਿਸ ਕਰਕੇ ਸਾਡੀ ਕਮਿਊਨਿਟੀਜ਼ ਨੂੰ ਵੱਡੀ ਰਾਹਤ ਮਿਲੇਗੀ। ਮੰਤਰੀ ਨੇ ਅੱਗੇ ਇਹ ਵੀ ਦੱਸਿਆ ਕਿ ਇਹ ਸਮਝੌਤਾ ਤੁਰੰਤ ਜਾਣੀ ਕਿ ਅੱਜ 14 ਨਵੰਬਰ ਦਿਨ ਸੋਮਵਾਰ ਤੋਂ ਹੀ ਲਾਗੂ ਹੋ ਜਾਵੇਗਾ, ਜਿਸ ਦੇ ਫਲਸਰੂਪ ਡੈਜ਼ਿਗਨੇਟਡ 에ਅਰਲਾਈਨਸ ਨੂੰ ਅੱਜ ਤੋਂ ਹੀ ਛੂਟ ਮਿਲ ਜਾਵੇਗੀ ਕਿ ਉਹ ਜਿੰਨੀਆਂ ਜ਼ਿਆਦਾ ਤੋਂ ਜ਼ਿਆਦਾ ਫਲਾਈਟਾਂ ਇੰਡੀਆ ਅਤੇ ਕੈਨੇਡਾ ਵਿਚਾਲੇ ਚਾਹੁਣ ਉਨੀਆਂ ਫਲਾਈਟਾਂ ਚਲਾ ਸਕਣਗੀਆਂ। ਇਹ ਨਵਾਂ ਸਮਝੌਤਾ ਕੈਨੇਡਾ ਦੀ ਬਲੂ ਸਕਾਈ ਪਾਲਿਸੀ ਤਹਿਤ ਕੀਤਾ ਗਿਆ ਹੈ। ਇਮੀਗ੍ਰੇਸ਼ਨ ਨਾਲ ਜੁੜੀ ਹੋਈ 2 ਸੂਬਿਆਂ ਤੋਂ ਇੱਕ ਰਾਹਤ ਦੀ ਖਬਰ ਸਾਹਮਣੇ। 2 ਸੂਬਿਆਂ ਵੱਲੋਂ PNP ਡਰਾਅ ਕੱਢੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਨ੍ਹਾਂ ਡਰਾਅ ਤਹਿਤ ਕਿੰਨੇ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ, ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ 2 ਸੂਬਿਆਂ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ 2 ਸੂਬਿਆਂ ਵੱਲੋਂ ਇਮੀਗ੍ਰੇਸ਼ਨ ਦੇ ਡਰਾਅ ਕੱਢੇ ਗਏ ਤੇ ਇਹਨਾਂ ਡਰਾਅ ਦੇ ਤਹਿਤ ਕਈ ਉਮੀਦਵਾਰਾਂ ਨੂੰ ਸੱਦੇ ਹਾਸਲ ਹੋਏ ਨੇ।
ਇਮੀਗ੍ਰੇਸ਼ਨ ਨਾਲ ਜੁੜੀ ਹੋਈ ਇਹ ਅਪਡੇਟ ਸਸਕੈਚੁਆਨ ਅਤੇ ਨੋਵਾ ਸਕੋਸ਼ੀਆ ਸੂਬੇ ਤੋਂ ਸਾਹਮਣੇ ਆਈ ਹੈ, ਜਿੱਥੇ ਕਈ ਉਮੀਦਵਾਰਾਂ ਨੂੰ PR ਹਾਸਲ ਕਰਨ ਦਾ ਮੌਕਾ ਦਿੱਤਾ ਗਿਆ ਤੇ ਇਹਨਾਂ ਦੋਹਾਂ ਸੂਬਿਆਂ ਵੱਲੋਂ ਇਮੀਗ੍ਰੇਸ਼ਨ ਦੇ ਨਤੀਜੇ ਸਾਂਝੇ ਕੀਤੇ ਗਏ, ਜਿੱਥੇ ਦੱਸਿਆ ਗਿਆ ਕਿ ਇਹ ਨਤੀਜੇ ਨਵੰਬਰ 4 ਤੋਂ 11 ਦੌਰਾਨ ਜਿਹੜੇ PNP ਡਰਾਅ ਕੱਢੇ ਗਏ ਉਹਨਾਂ ਦੇ ਨਾਲ ਜੁੜੇ ਹੋਏ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੋਵਾ ਸਕੋਸ਼ੀਆ ਸੂਬੇ ਦੀ, ਜਿੱਥੇ 8 ਨਵੰਬਰ ਨੂੰ ਡਰਾਅ ਦਾ ਐਲਾਨ ਕੀਤਾ ਗਿਆ। ਇੱਥੇ ਨੋਵਾ ਸਕੋਸ਼ੀਆ ਲੇਬਰ ਮਾਰਕੀਟ ਪ੍ਰਾਇਓਰਟੀਜ਼ ਸਟ੍ਰੀਮ ਜ਼ਰੀਏ ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਦੌਰਾਨ ਉਮੀਦਵਾਰਾਂ ਦੇ ਲਈ ਜ਼ਰੂਰੀ ਸੀ ਕਿ ਉਹ ਕੁਝ ਰਿਕੁਆਇਰਮੈਂਟਸ ਨੂੰ ਵੀ ਪੂਰਾ ਕਰਨ। ਇਹਨਾਂ ਉਮੀਦਵਾਰਾਂ ਦੇ ਲਈ ਜ਼ਰੂਰੀ ਰਿਹਾ ਕਿ ਉਹਨਾਂ ਦੀ ਜਿਹੜੀ ਫਰਸਟ ਆਫੀਸ਼ੀਅਲ ਲੈਂਗੁਏਜ ਹੈ ਉਸ ਦੇ ਵਿੱਚ 10 ਪੁਆਇੰਟਸ ਹਾਸਲ ਕੀਤੇ ਗਏ ਹੋਣ ਤੇ ਨਾਲ ਹੀ ਉਹਨਾਂ ਕੋਲ ਬੈਚਲਰ ਦੀ ਡਿਗਰੀ ਹੋਣੀ ਵੀ ਜ਼ਰੂਰੀ ਸੀ। ਇਸ ਤੋਂ ਬਾਅਦ ਸਸਕੈਚੁਆਨ ਸੂਬੇ ਵੱਲੋਂ ਜਿਹੜਾ ਡਰਾਅ ਕੱਢਿਆ ਗਿਆ ਉਸ ਵਿੱਚ ਵੀ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਸਸਕੈਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਜ਼ਰੀਏ 35 ਸੱਦੇ ਜਾਰੀ ਕੀਤੇ ਗਏ। ਇਹ ਡਰਾਅ 8 ਨਵੰਬਰ ਨੂੰ ਐਲਾਨ ਕੀਤਾ ਗਿਆ। ਜਿਹੜੇ ਸੂਬੇ ਵੱਲੋਂ ਸੱਦੇ ਦਿੱਤੇ ਗਏ ਉਹਨਾਂ ਵਿੱਚ 21 ਉਮੀਦਵਾਰ ਐਕਸਪ੍ਰੈਸ ਐਂਟਰੀ ਕੈਟਾਗਰੀ ਅਤੇ 10 ਆਕੂਪੇਸ਼ਨ ਇਨ ਡਿਮਾਂਡ ਦੇ ਨਾਲ ਜੁੜੇ ਹੋਏ ਸਨ। ਇਸ ਵਾਸਤੇ ਉਹਨਾਂ ਲਈ ਜ਼ਰੂਰੀ ਰਿਹਾ ਕਿ ਉਹਨਾਂ ਕੋਲ 69 ਦੇ ਕਰੀਬ ਸਕੋਰਸ ਹੋਣ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਪਣਾ ਨਵਾਂ ਇਮੀਗ੍ਰੇਸ਼ਨਸ ਲੈਵਲ ਪਲਾਨ ਸਾਂਝਾ ਕਰ ਦਿੱਤਾ ਗਿਆ, ਜਿੱਥੇ ਦੱਸਿਆ ਗਿਆ ਹੈ ਕਿ 1 ਸਾਲ ਦੇ ਵਿੱਚ ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਜਾਣਗੇ। PR ਦੇ ਸੰਬੰਧ ਵਿੱਚ ਉਹਨਾਂ ਵੱਲੋਂ ਵੱਡੀ ਰਾਹਤ ਦਿੰਦਿਆਂ ਦੱਸਿਆ ਗਿਆ ਹੈ ਕਿ 1 ਸਾਲ ਦੇ ਵਿੱਚ 5 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਪੱਕਾ ਕੀਤਾ ਜਾਣਾ ਹੈ। ਇੱਕ ਵਾਰ ਫਿਰ ਤੋਂ ਮਾਸਕ ਪਾਉਣ ਦੀ ਤਿਆਰੀ ਕਰ ਲਓ, ਕਿਉਂਕਿ ਹੁਣ ਸਲਾਹ ਜਾਰੀ ਕਰ ਦਿੱਤੀ ਗਈ ਹੈ ਕਿ ਇੰਡੋਰ ਥਾਵਾਂ ਦੇ ਉੱਪਰ ਮਾਸਕ ਪਾਉਣਾ ਚਾਹੀਦਾ ਹੈ। ਦਰਅਸਲ ਓਨਟਾਰੀਓ ਸੂਬੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਹਸਪਤਾਲਾਂ ਦੇ ਵਿੱਚ ਇਸ ਸਮੇਂ ਜੋ ਮਰੀਜ਼ਾਂ ਦੀ ਗਿਣਤੀ ਹੈ ਉਹਨੂੰ ਧਿਆਨ ਵਿੱਚ ਰੱਖਦਿਆਂ ਜਿਹੜੇ ਡਾਕਟਰ ਨੇ ਉਹਨਾਂ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਮਾਸਕ ਪਾਉਣਾ ਚਾਹੀਦਾ ਹੈ। ਓਨਟਾਰੀਓ ਸੂਬੇ ਤੋਂ ਮਾਸਕ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਓਨਟਾਰੀਓ ਦੇ ਵਿੱਚ ਕਈ ਥਾਵਾਂ ਤੇ ਹੁਣ ਮਾਸਕ ਪਾਉਣ ਲਈ ਕਹਿ ਦਿੱਤਾ ਗਿਆ ਹੈ। ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਵੱਲੋਂ ਇੰਡੋਰ ਥਾਵਾਂ ਤੇ ਮਾਸਕ ਲਗਾਉਣ ਦੀ ਪੁਰਜ਼ੋਰ ਸਿਫਾਰਿਸ਼ ਕੀਤੀ ਗਈ ਹੈ। ਸੂਬੇ ਦੇ ਵਿੱਚ ਜੋ ਮੌਜੂਦਾ ਸਮੇਂ ਹਾਲਾਤ ਬਣੇ ਹੋਏ ਨੇ, ਇਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਫੈਸਲਾ ਲਿਆ ਗਿਆ। ਦੱਸ ਦਈਏ ਕਿ ਪ੍ਰੈਸ ਕਾਨਫਰੰਸ ਦੌਰਾਨ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਵੱਲੋਂ ਅਪਡੇਟ ਸਾਂਝੀ ਕਰਦਿਆਂ ਕਿਹਾ ਗਿਆ ਕਿ ਸੂਬੇ ਵਿੱਚ ਕੋਵਿਡ, ਫਲੂ ਅਤੇ ਹੋਰ ਕਈ ਵਾਇਰਸ ਦੇ ਮਾਮਲੇ ਬਹੁਤ ਵੱਧ ਗਏ ਨੇ, ਜਿਸ ਕਾਰਨ ਹਸਪਤਾਲ ਦੇ ਵਿੱਚ ਇਸ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਖਤਰੇ ਦਾ ਸਾਹਮਣਾ ਕਰਨ ਵਾਸਤੇ ਹੁਣ ਜ਼ਰੂਰੀ ਕਦਮ ਚੁੱਕਣ ਦੀ ਜ਼ਰੂਰਤ ਹੈ। ਚੀਫ ਮੈਡੀਕਲ ਆਫੀਸਰ ਦਾ ਕਹਿਣਾ ਹੈ ਕਿ 2 ਤੋਂ 5 ਸਾਲ ਦੀ ਉਮਰ ਵਾਲੇ ਬੱਚਿਆਂ ਨੂੰ ਨਿਗਰਾਨੀ ਵਿੱਚ ਮਾਸਕ ਨੂੰ ਪਹਿਨਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਦੀਆਂ ਦੌਰਾਨ ਸਾਹ ਦੀਆਂ ਬਿਮਾਰੀਆਂ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਤੇ ਜੇਕਰ ਹਸਪਤਾਲ ਮਰੀਜ਼ਾਂ ਦੇ ਵਾਧੇ ਨਾਲ ਨਜਿੱਠਣ ਵਾਸਤੇ ਸਰਜਰੀਆਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਉਹ ਇੰਡੋਰ ਥਾਵਾਂ ਤੇ ਮਾਸਕ ਦੀ ਸਿਫਾਰਿਸ਼ ਕਰਨਗੇ। ਦੱਸ ਦਈਏ ਕਿ ਹਸਪਤਾਲ ਵਿੱਚ ਫਲੂ, ਕੋਵਿਡ-19 ਆਦਿ ਵੱਧ ਰਹੇ ਮਾਮਲਿਆਂ ਕਾਰਨ ਓਨਟਾਰੀਓ ਤੇ ਮੈਨੀਟੋਬਾ ਦੇ ਵਿੱਚ ਕੁਝ ਡਾਕਟਰਾਂ ਵੱਲੋਂ ਤੇ ਐਕਸਪਰਟਸ ਵੱਲੋਂ ਜਨਤਕ ਸਿਹਤ ਅਧਿਕਾਰੀਆਂ ਨੂੰ ਮਾਸਕ ਸੰਬੰਧੀ ਨਿਯਮ ਮੁੜ ਤੋਂ ਲਾਗੂ ਕਰਨ ਵਾਸਤੇ ਕਹਿ ਦਿੱਤਾ ਹੈ। ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਟੀਮ ਨੇ ਕਿਹਾ ਸੀ ਕਿ ਮਾਸਕ ਦੀ ਵਰਤੋਂ ਸਾਹ ਦੇ ਵਾਇਰਸ ਦੇ ਫੈਲਣ ਤੋਂ ਬਚਾਅ ਦੀ ਇੱਕ ਪਰਤ ਵਾਂਗ ਹੈ। ਟੀਮ ਦਾ ਕਹਿਣਾ ਸੀ ਕਿ ਮਾਸਕ ਦੇ ਆਦੇਸ਼ਾਂ ਬਾਰੇ ਫੈਸਲਾ ਪ੍ਰੋਵਿੰਸ ਅਧਿਕਾਰੀਆਂ ਤੇ ਨਿਰਭਰ ਕਰਦਾ ਹੈ, ਪਰ ਉਹ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਹਿਨਣ ਦੀ ਸਿਫਾਰਿਸ਼ ਕਰਦੇ ਨੇ। ਬੀਤੇ ਐਤਵਾਰ ਇੱਕ ਪ੍ਰੈਸ ਕਾਨਫਰੰਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਆਮ ਲੋਕਾਂ ਨੂੰ ਫਲੂ ਸ਼ਾਟ ਅਤੇ ਕੋਵਿਡ-19 ਵੈਕਸੀਨ ਵਿੱਚ ਅਪਡੇਟ ਰਹਿਣ ਵਾਸਤੇ ਕਿਹਾ ਗਿਆ। ਪ੍ਰੀਮੀਅਰ ਵੱਲੋਂ ਕਿਹਾ ਗਿਆ ਕਿ ਜੇਕਰ ਸੰਭਵ ਹੋਵੇ ਤਾਂ ਹਰ ਵਾਰ ਮਾਸਕ ਜ਼ਰੂਰ ਪਾਵੋ। ਹੁਣ ਲਗਾਤਾਰ ਕੈਨੇਡਾ ਦੇ ਵਿੱਚ ਇਸ ਸਮੇਂ ਜੋ ਸਥਿਤੀ ਬਣੀ ਹੋਈ ਹੈ ਇਸ ਦਾ ਜ਼ਿਕਰ ਕੀਤਾ ਜਾ ਰਿਹਾ ਤੇ ਐਕਸਪਰਟਸ ਆਪਣੀ ਸਲਾਹ ਦੇ ਰਹੇ ਨੇ। This year's flu vaccine appears to be a good match to the dominant circulating strain, which is influenza A, H3N2. So we anticipate the vaccine being able to decrease your risk of being hospitalized for this virus. Influenza activity is increasing across Ontario. More than half of children 5 to 17 years old being tested in emergency departments and hospitals are positive already for influenza. I'm asking Ontarians, especially children 6 months of age and older, pregnant individuals, families and caregivers with young children,
healthcare workers and elderly and those with underlying health conditions to get your flu shot as soon as possible, protect themselves and those around them. The best way to prevent the flu is by getting the flu shot every year. You can also get your COVID booster safely at the same time for those over 5. With the peak of flu season expected in early to mid-December, the time to get your shot is now. Please, please do not delay. It is not too late to get protected. And in response to the worsening trends and existing challenges for our healthcare system, I'm strongly recommending that all Ontarians, not just those at high risk, wear a mask in indoor public settings, especially around our most vulnerable Ontarians, the very young and the very old. I'm also recommending that, if possible, children between 2 and 5 wear a mask with supervision if they can tolerate the mask and safely put it on and off. Applying all these layers of protection will help to protect ourselves, our families, and most importantly, our children under 5. It is our youngest children, those under 5, who are especially vulnerable to severe outcomes from RSV and COVID and influenza. ਬ੍ਰਿਟਿਸ਼ ਕੋਲੰਬੀਆ ਲਿਬਰਲਸ ਵੱਲੋਂ ਆਪਣਾ ਨਾਮ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਇਸ ਸੰਬੰਧੀ VOTING ਵੀ ਸ਼ੁਰੂ ਕਰ ਦਿੱਤੀ ਗਈ। ਜੇਕਰ ਮੈਜੋਰਿਟੀ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਨਾਮ ਬਦਲਿਆ ਜਾਵੇ ਤਾਂ ਫਿਰ ਪਾਰਟੀ ਦੇ ਨਾਮ ਵਿੱਚ ਬਦਲਾਵ ਕੀਤਾ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਲਿਬਰਲ ਪਾਰਟੀ ਵੱਲੋਂ ਆਪਣਾ ਨਾਮ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਾਮ ਬਦਲਣ ਵਾਸਤੇ ਉਹਨਾਂ ਵੱਲੋਂ VOTING ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜੇਕਰ 60% ਤੋਂ ਵੱਧ ਵੋਟਾਂ ਪੈਂਦੀਆਂ ਤਾਂ ਫਿਰ ਬ੍ਰਿਟਿਸ਼ ਕੋਲੰਬੀਆ ਲਿਬਰਲ ਦਾ ਨਾਮ ਬਦਲ ਦਿੱਤਾ ਜਾਵੇਗਾ। ਦੱਸੀਏ ਕਿ ਜੂਨ ਮਹੀਨੇ ਦੌਰਾਨ ਹੋਏ ਪਾਰਟੀ ਸੰਮੇਲਨ ਦੇ ਵਿੱਚ ਨਾਮ ਬਦਲਣ ਨੂੰ ਮਨਜ਼ੂਰੀ ਦਿੱਤੀ ਗਈ। ਇਸ ਨੂੰ ਲੈ ਕੇ ਐਤਵਾਰ ਵਾਲੇ ਦਿਨ ਸਵੇਰੇ VOTING ਸ਼ੁਰੂ ਕੀਤੀ ਗਈ, ਜੋ ਕਿ 10 ਵਜੇ ਸ਼ੁਰੂ ਹੋਈ ਤੇ ਮੰਗਲਵਾਰ ਸਵੇਰੇ 10 ਵਜੇ ਤੱਕ ਚੱਲੇਗੀ। ਪਾਰਟੀ ਮੈਂਬਰ ਆਨਲਾਈਨ ਵੋਟ ਪਾ ਸਕਦੇ ਨੇ। 60% ਤੋਂ ਵੱਧ ਵੋਟਾਂ ਪੈ ਗਈਆਂ ਤਾਂ ਫਿਰ ਪਾਰਟੀ ਦਾ ਨਾਮ ਬਦਲ ਦਿੱਤਾ ਜਾਵੇਗਾ। ਆਪਣੀ ਲੀਡਰਸ਼ਿਪ ਦੀ ਚੋਣ ਲੜਨ ਮੌਕੇ ਪਾਰਟੀ ਲੀਡਰ ਕੈਵਿਨ ਨੇ ਪਾਰਟੀ ਦਾ ਨਾਮ ਬਦਲਣ ਨੂੰ ਆਪਣੇ ਪਲੇਟਫਾਰਮ ਦੇ ਵਿੱਚ ਸ਼ਾਮਿਲ ਕੀਤਾ। ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਲਿਬਰਲਸ ਫੈਡਰਲ ਲਿਬਰਲ ਨਾਲੋਂ ਅਲੱਗ ਹਨ ਤੇ ਪਾਰਟੀ ਦੇ ਕੁਝ ਨੇਤਾਵਾਂ ਦਾ ਮੰਨਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲ ਝੁਕਾਅ ਰੱਖਦੇ ਵੋਟਰ ਉਹਨਾਂ ਦੀ ਪਾਰਟੀ ਨਾਲੋਂ ਦੂਰ ਹੋ ਜਾਂਦੇ ਨੇ। ਇਸ ਮੌਕੇ ਬੋਲਦਿਆਂ ਕੈਵਿਨ ਨੇ ਕਿਹਾ ਕਿ ਸਾਡੀ ਪਾਰਟੀ ਦਾ ਨਾਮ ਦਹਾਕਿਆਂ ਤੋਂ ਲਗਾਤਾਰ ਬਹਿਸ ਦਾ ਵਿਸ਼ਾ ਹੈ। ਮੈਂ ਇਸ ਦਾ ਨਾਮ ਬਦਲਣ ਦੇ ਹੱਕ ਵਿੱਚ ਵੋਟ ਪਾਵਾਂਗਾ ਤੇ ਮੈਨੂੰ ਉਮੀਦ ਹੈ ਕਿ ਸਾਡੇ ਬਾਕੀ ਮੈਂਬਰ ਵੀ ਅਜਿਹਾ ਕਰਨਗੇ। ਪਾਰਟੀ ਦਾ ਕਹਿਣਾ ਹੈ ਕਿ ਕਰੀਬ 2000 ਨਾਵਾਂ ਵਿੱਚੋਂ ਇਹ ਨਾਮ ਚੁਣਿਆ ਗਿਆ ਤੇ ਬ੍ਰਿਟਿਸ਼ ਕੋਲੰਬੀਆ ਯੂਨਾਈਟਿਡ ਇੱਕ ਨਵੇਂ ਆਪਸ਼ਨ ਨੂੰ ਦੱਸਦਾ ਹੈ ਕਿ ਪਾਰਟੀ ਮੈਂਬਰਾਂ ਦੀ ਏਕਤਾ ਹੈ। ਪਾਰਟੀ ਨੂੰ ਇਹ ਨਾਮ 1903 ਦੌਰਾਨ ਮਿਲਿਆ ਜਦੋਂ ਪ੍ਰੋਵਿੰਸ਼ੀਅਲ ਲੈਜਿਸਲੇਚਰ ਵੱਲੋਂ ਸਿਆਸੀ ਪਾਰਟੀਆਂ ਨੂੰ ਮਾਨਤਾ ਦਿੱਤੀ ਗਈ। ਬ੍ਰਿਟਿਸ਼ ਕੋਲੰਬੀਆ ਲਿਬਰਲਸ ਮੂਲ ਰੂਪ ਦੇ ਵਿੱਚ ਫੈਡਰਲ ਲਿਬਰਲਸ ਦਾ ਹੀ ਅੰਗ ਸਨ, ਪਰ 1987 ਦੌਰਾਨ ਜਦੋਂ ਗਾਰਡਨ ਨੇ ਪਾਰਟੀ ਦੀ ਕਮਾਨ ਸੰਭਾਲੀ ਤਾਂ ਇਸ ਸੰਬੰਧ ਟੁੱਟ ਗਿਆ। ਵਿਲਸਨ ਨੇ ਉਸ ਸਮੇਂ ਪਾਰਟੀ ਦਾ ਪੁਨਰਗਠਨ ਕੀਤਾ। 1991 ਦੌਰਾਨ ਪਾਰਟੀ ਸੈਂਟਰ ਰਾਈਟ ਵਿਚਾਰਾਂ ਵਾਲੀ ਪਾਰਟੀ ਬਣ ਗਈ। ਪਾਰਟੀ ਸਾਲ 2001 ਤੋਂ ਸਾਲ 2017 ਤੱਕ ਸੱਤਾ ਵਿੱਚ ਰਹੀ। ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਲਿਬਰਲਸ ਕੋਲ ਕੁੱਲ 87 ਤੋਂ 27 ਸੀਟਾਂ ਹਨ। ਇਨ੍ਹਾਂ ਵੋਟਾਂ ਦੌਰਾਨ ਪਾਰਟੀ ਮੈਂਬਰਸ ਕੋਲ ਨਾਮ ਬਦਲ ਕੇ ਬ੍ਰਿਟਿਸ਼ ਕੋਲੰਬੀਆ ਯੂਨਾਈਟਿਡ ਰੱਖਣ ਜਾਂ ਫਿਰ ਬ੍ਰਿਟਿਸ਼ ਕੋਲੰਬੀਆ ਲਿਬਰਲ ਰਹਿਣ ਦੇਣ ਦਾ ਆਪਸ਼ਨ ਹੋਵੇਗਾ। ਪਾਰਟੀ ਦਾ ਕਹਿਣਾ ਹੈ ਕਿ ਜੋ ਵਿਅਕਤੀ ਆਨਲਾਈਨ ਤਰੀਕੇ ਨਾਲ ਵੋਟ ਨਹੀਂ ਕਰ ਸਕਦੇ ਉਹ ਫੋਨ ਰਾਹੀਂ ਵੀ ਵੋਟ ਪਾ ਸਕਦੇ ਨੇ। ਗਲੋਬਲ ਇਨਵੈਸਟਮੈਂਟ ਦੇ ਵਿੱਚ ਕੈਨੇਡਾ ਅੱਗੇ ਹੈ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇੱਕ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਇਸ ਬਾਰੇ ਬੋਲੇ ਨੇ ਤੇ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਗਲੋਬਲ ਇਨਵੈਸਟਮੈਂਟ ਵਿੱਚ ਕੈਨੇਡਾ ਦੀ ਅਹਿਮ ਥਾਂ ਹੈ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਕੈਨੇਡਾ ਦੇ ਸਾਥੀਆਂ ਨਾਲ ਗੱਲ ਕੀਤੀ ਹੈ, ਜਿੱਥੇ ਕਾਫੀ ਗੱਲਾਂ ਨੂੰ ਲੈ ਕੇ ਜ਼ਿਕਰ ਹੋਇਆ ਹੈ। ਪ੍ਰਧਾਨ ਮੰਤਰੀ ਇਹਨਾਂ ਵਿਚਾਰਾਂ ਦੀ ਸਾਂਝ B20 ਸੈਸ਼ਨ ਦੌਰਾਨ ਪਾਉਂਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਕੀ ਕਿਹਾ ਗਿਆ ਤੇ ਕਿਹੜੇ ਸਾਥੀਆਂ ਦੇ ਨਾਲ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। At home, we're focused on creating good, sustainable middle-class jobs now and into the future. Canada has some of the best, most talented workers in the world. These are the people with the skills and expertise to power our shared net zero future. I think of the innovators who are launching clean hydrogen projects everywhere from Newfoundland to Alberta.
These are the people who will produce the clean energy that Canada will ship to German markets as Europe accelerates its transition to renewables away from Russian oil and gas. I think of our auto workers who are building electric vehicles in Ontario with batteries built in Quebec from nickel and lithium mined in northern Canada. And the steel and the aluminum they're using, also made in Canada, is the cleanest in the world because Canada's electricity grid is already over 80% clean and on our way to 100. Well, and that matters. Not just in the fight against climate change, but it matters because increasingly clients and customers are asking to know the impact of their products, of what they're sourcing. It is an imperative, it is a business advantage to be going cleaner and greener. And that's what Canada and so many of you here fully understand. ਐਮਰਜੈਂਸੀ ਐਕਟ ਦੀ ਜੋ ਵਰਤੋਂ ਕੀਤੀ ਗਈ ਇਸ ਸੰਬੰਧੀ ਕਮਿਸ਼ਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਕਈ ਜਾਣੇ ਕਮਿਸ਼ਨ ਅੱਗੇ ਪੇਸ਼ ਹੋ ਚੁੱਕੇ ਨੇ ਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਆਰਸੀਐਮਪੀ ਕਮਿਸ਼ਨਰ ਵੀ ਕਮਿਸ਼ਨ ਅੱਗੇ ਪੇਸ਼ ਹੋਣਗੇ। ਇਸ ਤੋਂ ਇਲਾਵਾ ਹੋਰ ਕਿਹਨਾਂ ਦੀ ਪੇਸ਼ੀ ਹੋਣ ਵਾਲੀ ਹੈ, ਇਸ ਬਾਰੇ ਵੀ ਡਿਟੇਲ ਸਾਂਝੀ ਕੀਤੀ ਗਈ। ਐਮਰਜੈਂਸੀ ਐਕਟ ਦੀ ਜਾਂਚ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਐਮਰਜੈਂਸੀ ਐਕਟ ਜਾਂਚ ਕਮਿਸ਼ਨ ਅੱਗੇ ਹੁਣ ਆਰਸੀਐਮਪੀ ਕਮਿਸ਼ਨਰ ਪੇਸ਼ ਹੋਣਗੇ। ਦੱਸ ਦਈਏ ਕਿ ਜਾਂਚ ਦਾ ਪਹਿਲਾ ਪੜਾਅ 25 ਨਵੰਬਰ ਨੂੰ ਖਤਮ ਹੋਣ ਵਾਲਾ ਹੈ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਆਰਸੀਐਮਪੀ ਦੀ ਮੁਖੀ ਅਤੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਤੇ ਖੂਫੀਆ ਸਲਾਹਕਾਰ ਇਸ ਹਫ਼ਤੇ ਐਮਰਜੈਂਸੀ ਐਕਟ ਜਾਂਚ ਕਮਿਸ਼ਨ ਅੱਗੇ ਪੇਸ਼ ਹੋਣਗੇ ਤੇ ਉਹਨਾਂ ਵੱਲੋਂ ਗਵਾਹੀ ਦਿੱਤੀ ਜਾਵੇਗੀ। ਪਬਲਿਕ ਆਰਡਰ, ਐਮਰਜੈਂਸੀ ਕਮਿਸ਼ਨ, ਐਮਰਜੈਂਸੀ ਐਕਟ ਲਾਗੂ ਕਰਨ ਦੀ ਸਥਿਤੀ ਅਤੇ ਐਮਰਜੈਂਸੀ ਨਾਲ ਨਜਿੱਠਣ ਵਾਸਤੇ ਕੀਤੇ ਗਏ ਆਪਸ਼ਨਸ ਬਾਰੇ ਪੁੱਛਗਿੱਛ ਕਰਨਗੇ। ਐਮਰਜੈਂਸੀ ਕਮਿਸ਼ਨ ਹੁਣ ਤੱਕ ਓਟਵਾ ਪੁਲਿਸ ਸਰਵਿਸਿਜ਼, ਓਨਟਾਰੀਓ ਪੁਲਿਸ, ਪ੍ਰੋਵਿੰਸ਼ੀਅਲ ਅਧਿਕਾਰੀ ਅਤੇ ਪ੍ਰਦਰਸ਼ਨ ਦੇ ਪ੍ਰਬੰਧਕਾਂ ਤੋਂ ਪੁੱਛਗਿੱਛ ਕਰ ਚੁੱਕਿਆ ਹੈ। ਇਸ ਹਫ਼ਤੇ ਐਮਰਜੈਂਸੀ ਕਮਿਸ਼ਨ ਫੈਡਰਲ ਅਧਿਕਾਰੀਆਂ ਤੋਂ ਸੁਣਵਾਈ ਸ਼ੁਰੂ ਕਰੇਗਾ। ਕਮਿਸ਼ਨ ਉਹਨਾਂ ਦੋ ਅਧਿਕਾਰੀਆਂ ਤੋਂ ਸੁਣਵਾਈ ਕਰੇਗਾ ਜਿਨ੍ਹਾਂ ਨੇ ਪ੍ਰਦਰਸ਼ਨ ਦੌਰਾਨ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਅਧਿਕਾਰੀਆਂ ਤੋਂ ਬਾਅਦ ਗਲੋਬਲ ਅਫੇਅਰਸ ਕੈਨੇਡਾ ਦੇ ਅਸਿਸਟੈਂਟ ਡਿਪਟੀ ਮਿਨਿਸਟਰ ਅਤੇ ਸਾਬਕਾ ਕੈਨੇਡੀਅਨ ਕੌਂਸਲ ਜਨਰਲ ਸ਼ਾਮਿਲ ਹੋਣਗੇ, ਜੋ ਕਿ ਇਸ ਪ੍ਰਦਰਸ਼ਨ ਨਾਲ ਕੈਨੇਡਾ ਦੇ ਅੰਤਰਰਾਸ਼ਟਰੀ ਸੰਬੰਧਾਂ ਤੇ ਪਏ ਪ੍ਰਭਾਵਾਂ ਬਾਰੇ ਜਾਣਕਾਰੀ ਦੇਣਗੇ। ਇਸ ਤੋਂ ਬਾਅਦ ਹਫ਼ਤੇ ਦੇ ਅੰਤ ਵਿੱਚ ਆਰਸੀਐਮਪੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਓਟਵਾ ਵਿੱਚ ਵੈਕਸੀਨ ਖਿਲਾਫ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਮਰਜੈਂਸੀ ਐਕਟ ਦਾ ਐਲਾਨ ਕੀਤਾ। ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਐਮਰਜੈਂਸੀ ਐਕਟ ਦੀ ਵਰਤੋਂ ਕੀਤੀ ਗਈ ਹੋਵੇ। ਐਮਰਜੈਂਸੀ ਐਕਟ ਦੇ ਲਾਗੂ ਹੋਣ ਨਾਲ ਵਿਰੋਧ ਪ੍ਰਦਰਸ਼ਨ ਨਾਲ ਨਜਿੱਠਣ ਵਾਸਤੇ ਫੈਡਰਲ ਸਰਕਾਰ ਨੂੰ ਆਰਜ਼ੀ ਤੌਰ ਤੇ ਵਾਧੂ ਸ਼ਕਤੀਆਂ ਹਾਸਿਲ ਹੋਈਆਂ ਨੇ। ਦੱਸ ਦਈਏ ਕਿ ਕਮਿਸ਼ਨ ਦੇ ਸਾਹਮਣੇ ਇਸ ਹਫ਼ਤੇ ਪੇਸ਼ ਹੋਣ ਵਾਲੇ ਗਵਾਹਾਂ ਦੀ ਸੂਚੀ ਕੁਝ ਇਸ ਪ੍ਰਕਾਰ ਹੈ। ਮੁੱਖ ਅਰਥ ਸ਼ਾਸਤਰੀ ਟਰਾਂਸਪੋਰਟ ਕੈਨੇਡਾ, ਡਿਪਟੀ ਮਿਨਿਸਟਰ ਫਾਈਨਾਂਸ ਕੈਨੇਡਾ, ਡਿਪਟੀ ਸਕੱਤਰ ਕੋਵਿਡ ਰਿਕਵਰੀ, ਕਲਰਕ ਪ੍ਰਿਵੀ ਕੌਂਸਲ, ਡਿਪਟੀ ਕਲਰਕ ਪ੍ਰਿਵੀ ਕੌਂਸਲ, ਇਹਨਾਂ ਨੂੰ ਪੇਸ਼ ਹੋਣਾ ਪਵੇਗਾ। ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਦੀ ਗੋਲੀ ਔਰਤ ਨੂੰ ਲੱਗੀ ਹੈ। ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਹਸਪਤਾਲ ਵਿੱਚ ਔਰਤ ਨੇ ਦਮ ਤੋੜ ਦਿੱਤਾ। ਨਾਰਥ ਵੈਨਕੂਵਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਦੀ ਗੋਲੀ ਲੱਗਣ ਕਾਰਨ ਔਰਤ ਦੀ ਮੌਤ ਹੋ ਗਈ। ਹੁਣ ਇਸ ਮਾਮਲੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ, ਜਿੱਥੇ ਦੱਸਿਆ ਗਿਆ ਕਿ ਨਾਰਥ ਵੈਨਕੂਵਰ ਦੇ ਵਿੱਚ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਨੂੰ ਬੁਲਾਇਆ ਗਿਆ, ਜਿੱਥੇ ਆਰਸੀਐਮਪੀ ਆਫੀਸਰ ਦੀ ਗੋਲੀ ਲੱਗਣ ਕਾਰਨ ਔਰਤ ਦੀ ਮੌਤ ਹੋ ਗਈ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਆਰਸੀਐਮਪੀ ਸਪੋਕਸਪਰਸਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ 7:30 ਦੇ ਕਰੀਬ 12 ਨਵੰਬਰ ਵਾਲੇ ਦਿਨ ਸਾਹਮਣੇ ਆਈ, ਜਿੱਥੇ ਇੱਕ ਔਰਤ ਵੱਲੋਂ ਦੂਸਰੇ ਵਿਅਕਤੀ ਦੇ ਉੱਪਰ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀਆਂ ਨੂੰ ਇਸ ਬਾਰੇ ਜਦੋਂ ਪਤਾ ਚੱਲਿਆ ਤੇ ਉਨ੍ਹਾਂ ਵੱਲੋਂ ਇੱਥੇ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਔਰਤ ਨੂੰ ਕਈ ਵਾਰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਾਕਾਮਯਾਬ ਰਹੇ। ਇਸ ਦੌਰਾਨ ਔਰਤ ਨੂੰ ਪੁਲਿਸ ਦੀ ਗੋਲੀ ਲੱਗੀ ਅਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਔਰਤ ਨੇ ਦਮ ਤੋੜ ਦਿੱਤਾ। ਹੁਣ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਫਿਲਹਾਲ ਇਸ ਔਰਤ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਬਾਕੀ ਦੀ ਜਾਣਕਾਰੀ ਬਾਅਦ ਦੇ ਵਿੱਚ ਦਿੱਤੀ ਜਾਵੇਗੀ। ਅਮਰੀਕਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਾਰਟੀ ਤੋਂ ਬਾਅਦ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ ਇੱਕ ਦੀ ਮੌਤ ਹੋ ਗਈ ਤੇ 6 ਜਾਣੇ ਜ਼ਖਮੀ ਹੋਏ। ਜਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਸ ਦੀ ਭਾਲ ਅਜੇ ਕੀਤੀ ਜਾ ਰਹੀ ਹੈ। ਉਹ ਸ਼ੂਟਰ ਨਹੀਂ ਫੜਿਆ ਜਾ ਸਕਿਆ। ਅਮਰੀਕਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਾਰਟੀ ਤੋਂ ਬਾਅਦ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ ਇੱਕ ਦੀ ਮੌਤ ਹੋ ਗਈ ਤੇ 7 ਜਾਣੇ ਜ਼ਖਮੀ ਦੱਸੇ ਗਏ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਮਾਮਲਾ ਨਿਬਰਸਕਾ ਦੇ ਨਾਲ ਜੁੜਿਆ ਹੋਇਆ ਹੈ। ਹੁਣ ਪੁਲਿਸ ਅਧਿਕਾਰੀ ਸਸਪੈਕਟ ਦੀ ਭਾਲ ਕਰ ਰਹੇ ਨੇ ਜਿਸ ਵੱਲੋਂ ਇੱਕ ਵਿਅਕਤੀ ਦੀ ਜਾਨ ਲਈ ਗਈ ਅਤੇ 7 ਜਾਣਿਆਂ ਨੂੰ ਗੋਲੀਬਾਰੀ ਦੀ ਘਟਨਾ ਵਿੱਚ ਜ਼ਖਮੀ ਕੀਤਾ ਗਿਆ। ਆਫੀਸਰਸ ਦੇ ਦੱਸਣ ਮੁਤਾਬਕ ਗੋਲੀਬਾਰੀ ਦਾ ਇਹ ਮਾਮਲਾ ਤੜਕੇ 4 ਵਜੇ ਦੇ ਕਰੀਬ ਸਾਹਮਣੇ ਆਇਆ। ਜਦੋਂ ਪੁਲਿਸ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੀ ਤਾਂ ਉਹਨਾਂ ਨੂੰ 2 ਪੀੜਤ ਮਿਲੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਹੋਈਆਂ ਸਨ। ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਵੱਲੋਂ ਨਿਊਜ਼ ਰਿਲੀਜ਼ ਰਾਹੀਂ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪੀੜਤਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ 6 ਹੋਰ ਜਾਣਿਆਂ ਨੂੰ ਵੀ ਪ੍ਰਾਈਵੇਟ ਵਾਹਨ ਦੇ ਰਾਹੀਂ ਹਸਪਤਾਲ ਦੇ ਵਿੱਚ ਭਰਤੀ ਕਰਵਾਉਣ ਦੀ ਜਾਣਕਾਰੀ ਦਿੱਤੀ ਗਈ ਹੈ। ਫਿਲਹਾਲ ਗੋਲੀਬਾਰੀ ਦੇ ਇਸ ਮਾਮਲੇ ਦੇ ਬਾਰੇ ਬਹੁਤੀ ਡਿਟੇਲ ਅਜੇ ਤੱਕ ਨਹੀਂ ਪਤਾ ਲੱਗ ਸਕੀ। ਇਹ ਵੀ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਇੱਕ ਰੈਂਡਮ ਗੋਲੀਬਾਰੀ ਦਾ ਮਾਮਲਾ ਸੀ ਜਾਂ ਫਿਰ ਕੁਝ ਹੋਰ। ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ। ਅਜੇ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਸੰਬੰਧੀ ਇਨਵੈਸਟੀਗੇਸ਼ਨ ਕਰ ਰਹੇ ਨੇ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਗੈਰ ਕਾਨੂੰਨੀ ਤਰੀਕੇ ਅਮਰੀਕਾ ਦਾ ਬਾਰਡਰ ਟੱਪਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਤੋਂ ਬਾਅਦ ਹੁਣ ਖਬਰ ਸਾਹਮਣੇ ਆਈ ਹੈ ਕਿ ਯੂਐਸ ਕਸਟਮ ਤੇ ਪ੍ਰੋਟੈਕਸ਼ਨ ਦੇ ਹੈੱਡ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਰਾਸ਼ਟਰਪਤੀ ਜੋ ਬਾਈਡਨ ਨੂੰ ਭੇਜਿਆ, ਜਿਸ ਨੂੰ ਹੁਣ ਮਨਜ਼ੂਰ ਕਰ ਲਿਆ ਗਿਆ ਹੈ। ਅਮਰੀਕਾ ਦੇ ਵਿੱਚ ਮਾਈਗ੍ਰੈਂਟਸ ਦੀ ਵੱਧਦੀ ਗਿਣਤੀ ਦੌਰਾਨ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਹੈੱਡ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਦੱਸ ਦਈਏ ਕਿ ਯੂਐਸ ਮੈਕਸੀਕੋ ਬਾਰਡਰ ਦੇ ਰਾਹੀਂ ਕਈ ਇਲੀਗਲ ਮਾਈਗ੍ਰੈਂਟ ਲਗਾਤਾਰ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਨੇ, ਜਿਸ ਦੌਰਾਨ ਹੈੱਡ ਆਫ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਆਪਣੀ ਨੌਕਰੀ ਤੋਂ ਤੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ। ਕ੍ਰਿਸ ਵੱਲੋਂ ਆਪਣਾ ਅਸਤੀਫਾ ਰਾਸ਼ਟਰਪਤੀ ਜੋ ਬਾਈਡਨ ਨੂੰ ਦਿੱਤਾ ਗਿਆ ਹੈ ਤੇ ਨਾਲ ਹੀ ਉਹਨਾਂ ਨੇ ਆਪਣੇ ਅਹੁਦੇ ਦੀਆਂ ਸੇਵਾਵਾਂ ਨਿਭਾਉਣ ਵਾਸਤੇ ਉਹਨਾਂ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਬਾਈਡਨ ਵੱਲੋਂ ਉਹਨਾਂ ਦਾ ਇਹ ਅਸਤੀਫਾ ਮਨਜ਼ੂਰ ਵੀ ਕਰ ਲਿਆ ਗਿਆ, ਜਿਸ ਦੀ ਜਾਣਕਾਰੀ ਵਾਈਟ ਹਾਊਸ ਵੱਲੋਂ ਦਿੱਤੀ ਗਈ ਹੈ। ਇਸ ਤੋਂ ਇਲਾਵਾ 2 ਜਾਣਿਆਂ ਨੇ ਇੱਕ ਬਰੀਫਿੰਗ ਦੇ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹ ਅਸਤੀਫਾ ਦੇ ਦੇਣ ਕਿਉਂਕਿ ਇਸ ਸਮੇਂ ਕਾਫੀ ਚੀਜ਼ਾਂ ਅਲੱਗ ਦਿਖਾਈ ਦੇ ਰਹੀਆਂ ਸਨ, ਜਿਸ ਦੇ ਵਿੱਚ ਮਾਈਗ੍ਰੈਂਟਸ ਦੀ ਵੱਧਦੀ ਗਿਣਤੀ ਦਾ ਜ਼ਿਕਰ ਕੀਤਾ ਗਿਆ ਹੈ। ਇਸ ਸਮੇਂ ਹੋਮਲੈਂਡ ਸਿਕਿਉਰਿਟੀ ਨੂੰ ਜਿਸ ਤਰ੍ਹਾਂ ਸੰਘਰਸ਼ ਕਰਨਾ ਪੈ ਰਿਹਾ ਹੈ, ਉਸੇ ਦੌਰਾਨ ਹੀ ਹੈੱਡ ਨੂੰ ਉਹਨਾਂ ਦੇ ਅਹੁਦੇ ਤੋਂ ਹਟਣ ਵਾਸਤੇ ਕਿਹਾ ਗਿਆ। ਇਸ ਬਾਰੇ ਬਾਰਡਰ ਅਧਿਕਾਰੀਆਂ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਮੁਤਾਬਕ ਬਾਰਡਰ ਦੇ ਰਾਹੀਂ ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕ ਦਾਖਲ ਹੋ ਚੁੱਕੇ ਹਨ। ਪਹਿਲਾਂ ਦੇ ਮੁਕਾਬਲੇ ਇਸ ਵਿੱਚ ਕਾਫੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਰੋਜ਼ਾਨਾ 2000 ਮਾਈਗ੍ਰੈਂਟਸ ਅਮਰੀਕਾ ਦੇ ਵਿੱਚ ਬਾਰਡਰ ਦੇ ਰਾਹੀਂ ਦਾਖਲ ਹੋ ਰਹੇ ਨੇ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਕਈ ਗਵਰਨਰ ਰਾਸ਼ਟਰਪਤੀ ਜੋ ਬਾਈਡਨ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ। ਏਅਰ ਸ਼ੋਅ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿੱਥੇ 6 ਜਾਣੇ ਹਾਦਸੇ ਦਾ ਸ਼ਿਕਾਰ ਹੋਏ। ਇਹਨਾਂ ਪੀੜਤਾਂ ਦੀ ਪਹਿਚਾਣ ਨਹੀਂ ਜਨਤਕ ਕੀਤੀ ਗਈ ਤੇ ਇਹ ਹਾਦਸਾ ਕਿਵੇਂ ਵਾਪਰਿਆ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਡੱਲਸ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਏਅਰ ਸ਼ੋਅ ਦੇ ਵਿੱਚ ਹਾਦਸਾ ਵਾਪਰਿਆ ਤੇ 6 ਜਾਣਿਆਂ ਦੀ ਮੌਤ ਹੋ ਗਈ। ਦਰਅਸਲ ਇੱਥੇ ਵਿੰਟੇਜ ਏਅਰਕ੍ਰਾਫਟ ਹਾਦਸਾ ਵਾਪਰਿਆ ਹੈ, ਜਿਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਬਾਰੇ ਨੈਸ਼ਨਲ ਟਰਾਂਸਪੋਰਟੇਸ਼ਨ ਆਫੀਸਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਏਅਰ ਸ਼ੋਅ ਦੌਰਾਨ 2 ਮਿਲਟਰੀ ਦੇ ਜਹਾਜ਼ ਆਪਸ ਦੇ ਵਿੱਚ ਟਕਰਾਏ। ਹਾਦਸੇ ਵਿੱਚ 6 ਜਾਣਿਆਂ ਦੀ ਮੌਤ ਹੋ ਗਈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ, ਜਿਸ ਵਿੱਚ ਸਭ ਤੋਂ ਵੱਡਾ ਸਵਾਲ ਹੈ ਕਿ 2 ਜਹਾਜ਼ ਇੱਕ ਏਅਰ ਸਪੇਸ ਦੇ ਵਿੱਚ ਕਿਉਂ ਸਨ। ਇਸ ਤੋਂ ਕੁਝ ਸਾਲ ਪਹਿਲਾਂ ਵੀ ਇੱਕ ਘਟਨਾ ਵਾਪਰੀ ਸੀ ਜਿੱਥੇ 7 ਜਾਣਿਆਂ ਦੀ ਮੌਤ ਹੋ ਗਈ। ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਤੇ ਮਾਮਲੇ ਦੀ ਜਾਂਚ ਕੀਤੀ ਗਈ। ਹੁਣ ਜੋ ਘਟਨਾ ਦੀ ਵੀਡੀਓ ਹੈ, ਸੋਸ਼ਲ ਮੀਡੀਆ ਉੱਪਰ ਕਈ ਯੂਜ਼ਰਸ ਇਸ ਨੂੰ ਸਾਂਝਾ ਕਰ ਰਹੇ ਨੇ। ਇਸ ਸਭ ਤੋਂ ਬਾਅਦ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਮੇਅਰ ਵੱਲੋਂ ਵੀ ਮਾਮਲੇ ਨੂੰ ਲੈ ਕੇ ਟਵੀਟ ਕੀਤਾ ਗਿਆ। ਹਾਦਸੇ ਵਿੱਚ ਜਿਹੜੇ ਪੀੜਤਾਂ ਦੀ ਮੌਤ ਹੋਈ ਹੈ, ਉਹਨਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ।
ਫਿਲਹਾਲ ਇਸ ਦੀ ਇਨਵੈਸਟੀਗੇਸ਼ਨ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਿਲੀ ਚੇਤਾਵਨੀ, ਫੋਨ ਤੇ ਹੋ ਰਿਹਾ ਧੋਖਾ, ਹੁਣ ਫਿਰ ਪਾਉਣੇ ਪੈਣਗੇ ਮਾਸਕ। ਓਨਟਾਰੀਓ ਸੂਬੇ ਨੇ ਕੀਤਾ ਐਲਾਨ। 2 ਸੂਬਿਆਂ ਨੇ ਦਿੱਤੀ ਇਮੀਗ੍ਰੇਸ਼ਨ ਦੀ ਜਾਣਕਾਰੀ, ਮਿਲੇ ਕਈਆਂ ਨੂੰ PR ਦੇ ਸੱਦੇ। ਬ੍ਰਿਟਿਸ਼ ਕੋਲੰਬੀਆ ਲਿਬਰਲ ਪਾਰਟੀ ਕਰੇਗੀ ਨਾਮ ਵਿੱਚ ਬਦਲਾਵ, ਨਾਮ ਬਦਲਣ ਵਾਸਤੇ VOTING ਸ਼ੁਰੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮਨਿੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।